Hello students, today we are going to continue nutrition in human beings. This is the part 3 of life processes. The nutrition in human beings takes place through human digestive system. The sequence of human digestive system are mouth, esophagus, stomach, small intestine, large intestine. The glands which are associated with human digestive system and form a part of human digestive system are salivary glands, liver and pancreas. ਇਹ ਤਾਂ ਸਾਰੇ ਹੈਗੇ ਆ ਡਾਈਜੈਸਟਿਵ ਸਿਸਟਮ ਦੇ ਆਰਗਨਸ ਔਰ ਇਹ ਹੈਗੇ ਡਾਈਜੈਸਟਿਵ ਸਿਸਟਮ ਦੇ ਵਿੱਚ ਜਿਹੜੇ ਵੇਰੀਅਸ ਐਂਜ਼ਾਈਮ ਸਕਰੀਟ ਕਰਦੇ ਆ ਗਲੈਂਡਸ ਹੋ ਗਏ, ਠੀਕ ਹੈ। ਸਲੈਵਰੀ ਗਲੈਂਡਸ ਜਿਹੜੇ ਹੈਗੇ ਆ ਮੂੰਹ ਦੇ ਵਿੱਚ ਹੁੰਦੇ ਆ, ਲੀਵਰ ਤੇ ਪੈਨਕ੍ਰੀਆਸ ਜਿਹੜੇ ਅਲੱਗ ਹੁੰਦੇ ਆ। ਦ ਹਿਊਮਨ ਐਲੀਮੈਂਟਰੀ ਕੈਨਾਲ ਵਿੱਚ runs from mouth to anus is about 9 meters long, ठीक है। तकरीबन 9 मीटर लंबी होंगी है डाइजेस्टिव सिस्टम का जोड़ा एलीमेंट्री कैनाल है। The ducts of various glands open into the alimentary canal and pour the secretions of the digestive juices into the alimentary canal. अलग अलग जोड़े ग्लैंड्स हैं जोड़े दिते हुए हैं ग्लैंड्स इन्हां दे विचों जोड़े एंजाइम होंदे हैं वो एलीमेंट्री कैनाल सिक्रीट होंदे हैं। ਹੁਣ ਸਭ ਤੋਂ ਪਹਿਲਾਂ ਆਪਾਂ ਅੱਗੇ ਜੀ ਇੰਜੈਸ਼ਨ the human beings have a special organ for the ingestion of food called mouth ਦੇ ਨਾਲ ਅਸੀਂ ingestion ਮਤਲਬ ਖਾਣਾ ਅੰਦਰ ਲੈ ਕੇ ਜਾਂਦੇ, ਠੀਕ। next digestion in human beings the digestion of food begins in the mouth itself। in fact the digestion of food starts as soon as we put in food in our mouth, ਠੀਕ ਹੈ। ਜਿਵੇਂ ਹੀ ਅਸੀਂ ਆਪਣੇ ਮੂੰਹ ਦੇ ਵਿੱਚ ਪਾਉਂਦੇ ਹਾਂ ਫੂਡ ਨੂੰ ਉਵੇਂ ਹੀ ਇਹ ਸਟਾਰਟ ਹੋ ਜਾਂਦਾ ਡਾਈਜੈਸ਼ਨ ਸਾਡਾ। ਕਿਉਂਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਇਸਦੇ ਸੈਲਾਈਵਰੀ ਗਲੈਂਡਸ ਹੈਗੇ ਆ ਉਹ ਸਟਾਰਟ ਕਰ ਦਿੰਦੇ ਆ, ਟੀਥ ਜਿਹੜੇ ਹੈਗੇ ਆ ਉਸ ਨੂੰ ਚਬਾਉਣਾ ਸ਼ੁਰੂ ਕਰ ਦਿੰਦੇ ਆ, ਟੰਗ ਐਂਡ ਸਲਾਈਵਰੀ ਗਲੈਂਡਸ ਜਿਹੜੇ ਹੈਗੇ ਉਹ ਆਪਣਾ ਕੰਮ ਸ਼ੁਰੂ ਕਰ ਦਿੰਦੇ ਆ। ਜਿਹੜੇ ਸਲਾਈਵਾ ਹੈ ਸਲਾਈਵਰੀ ਗਲੈਂਡ ਸਲਾਈਵਾ ਛੱਡਦੇ ਆ, ਮਤਲਬ ਬੱਚੋ ਜਿਹੜਾ ਥੁੱਕ ਹੈ ਸਾਡੇ ਮੂੰਹ ਦੇ ਵਿੱਚ ਉਸਦਾ ਇੱਕ ਇੰਪੋਰਟੈਂਟ ਕੰਮ ਹੈ ਉਹ ਕੀ ਹੈ ਕਿ ਇਹ ਟੰਗ ਦੇ ਨਾਲ ਮਿਕਸ ਕਰਦਾ। ਸਲਾਈਵਾ ਜਿਹੜਾ ਹੈਗਾ ਫੂਡ ਦੇ ਵਿੱਚ ਮਿਕਸ ਹੁੰਦਾ ਔਰ ਇਹ ਫੂਡ ਨੂੰ ਨਰਮ ਕਰਨ ਦੇ ਵਿੱਚ ਅਗਰ ਫੂਡ ਗਿੱਲਾ ਹੋਏਗਾ ਦ ਵੈਟਡ ਫੂਡ ਕੈਨ ਬੀ ਸਵੈਲੋਡ ਮੋਰ ਈਜ਼ੀਲੀ। ਗਿੱਲਾ ਹੋਏਗਾ ਤਾਂ ਇਹ ਜਲਦੀ ਤੋਂ ਜਲਦੀ ਸਾਡੇ ਅੰਦਰ ਚਲਾ ਜਾਏਗਾ, ਨਹੀਂ ਤਾਂ ਸਾਨੂੰ ਪਾਣੀ ਦੀ ਘੁੱਟ ਨਾਲ ਪੀਣੀ ਪੈਂਦੀ ਹੈ। ਤੁਸੀਂ ਸੋਚ ਕੇ ਦੇਖਿਓ ਅਗਰ ਤੁਸੀਂ ਜ਼ਿਆਦਾ ਗਰਮੀ ਦਾ ਦਿਨ ਹੈ ਖਾਣਾ ਖਾਣ ਲੱਗੇ ਹੋ ਤਾਂ ਅਗਰ ਤੁਹਾਡੇ ਮੂੰਹ ਦੇ ਵਿੱਚ ਥੁੱਕ ਨਹੀਂ ਬਣ ਰਿਹਾ, ਗਰਮੀ ਜ਼ਿਆਦਾ ਲੱਗ ਰਹੀ ਹੈ ਤਾਂ ਤੁਹਾਨੂੰ ਪਾਣੀ ਦਾ ਘੁੱਟ ਨਾਲ ਪੀਣਾ ਪਏਗਾ। ਇਸ ਕਰਕੇ ਸਲਾਈਵਰੀ ਗਲੈਂਡਸ saliva is very much important in our digestive system. Many times we observe that when we see or eat a food which we really like our mouth waters। ਹੁਣ ਜਿਵੇਂ ਆਪਾਂ ਇਸ ਗੋਲਗੱਪਿਆਂ ਦੀ ਗੱਲ ਕਰੀਏ, ਗੋਲਗੱਪੇ ਦੀ ਗੱਲ ਕਰਦੇ ਹੀ ਸਾਡੇ ਮੂੰਹ 'ਚ ਇੱਕ ਪਾਣੀ ਜਿਹਾ ਆ ਜਾਂਦਾ, ਕੀ ਹੈ ਸਲਾਈਵਾ, ਠੀਕ ਹੈ ਜੀ। ਕਿਉਂਕਿ ਪਤਾ ਹੁੰਦਾ ਕਿ ਸਲੈਵਰੀ ਗਲੈਂਡਸ ਨੂੰ ਕਿ ਉਹ ਫੀਲ ਕਰ ਸਕਦੇ ਹੈ ਵੀ ਕਦੋਂ ਕਿਹੜੀ ਚੀਜ਼ ਸਵਾਦ ਹੈ ਕਿਹੜੀ ਨਹੀਂ ਸਵਾਦ। The salivary glands help in chemical digestion by secreting enzymes, okay। and the human the human saliva contains an enzyme called salivary amylase। ये amylase secrete करते हैं which digest the starch present in food into sugar। ਇਹ ਸਟਾਰਚ ਜਿਹੜਾ ਪ੍ਰੈਜ਼ੈਂਟ ਹੁੰਦਾ ਫੂਡ ਦੇ ਵਿੱਚ ਉਸ ਨੂੰ ਸ਼ੂਗਰ ਦੇ ਵਿੱਚ ਕਨਵਰਟ ਕਰਦੇ, ਓਕੇ ਜੀ। ਦਸ ਦ ਡਾਈਜੈਸ਼ਨ ਆਫ ਸਟਾਰਚ ਬਿਗਿਨਸ ਇਨ ਦ ਮਾਊਥ ਇਟਸੈਲਫ since the food remains in the mouth only for a short time so the digestion of food remains incomplete in mouth ਦੇ ਵਿੱਚ ਜਿਹੜਾ ਹੈ ਸਲਾਈਵਰੀ ਗਲੈਂਡਸ ਜਿਹੜਾ ਸਟਾਰਚ ਤੋਂ ਸ਼ੂਗਰ ਬਣਾ ਦਿੰਦੇ ਆ, ਫਿਰ ਉਸ ਤੋਂ ਬਾਅਦ ਬਾਕੀ ਦਾ ਇਨਕੰਪਲੀਟ ਜਿਹੜਾ ਰਹਿੰਦਾ ਥੋੜ੍ਹੀ ਦੇਰ ਅੰਦਰ ਲੰਘਾ ਲੈਂਦੇ ਹਾਂ ਅਸੀਂ, ਉਹ ਈਸੋਫੇਗਸ ਦੁਆਰਾ ਜਿਹੜਾ ਫੂਡ ਪਾਈਪ ਦੁਆਰਾ ਸਟਮਕ ਦੇ ਵਿੱਚ ਆ ਜਾਂਦਾ। ਦ ਸਲਾਈਟਲੀ ਡਾਈਜੈਸਟਿਡ ਫੂਡ ਇਨ ਦ ਮਾਊਥ ਇਜ਼ ਸਵੈਲੋਡ ਬਾਈ ਦ ਟੰਗ ਗੋਜ਼ ਡਾਊਨ ਦ ਫੂਡ ਪਾਈਪ ਕਾਲਡ ਈਸੋਫੇਗਸ, ਠੀਕ ਹੈ ਜੀ। ਆ ਮੈਂ ਕਹਿੰਦਾ ਈਸੋਫੇਗਸ 'ਚ ਆ ਜਾਂਦਾ। ਇਹ ਜਿਹੜਾ ਹੈ ਦੇਖੋ ਆਪਾਂ ਨੂੰ ਕੈਵਿਟੀ ਦਿਖਾਈ ਹੋਈ ਹੈ ਜਿਹੜੀ ਫੂਡ ਪਾਈਪ ਅੰਦਰੋਂ ਕਿਵੇਂ ਲੱਗਦੀ ਹੈ। ਇਹ
ਐਂਡੋਸਕੋਪ ਦੇ ਨਾਲ ਅੰਦਰੋਂ ਦਿਖਾਈ ਹੋਈ ਹੈ ਫੂਡ ਪਾਈਪ ਸਾਡੀ ਇਸ ਤਰ੍ਹਾਂ ਲੱਗਦੀ ਹੈ। The walls of food pipe have muscles which can contract and expand alternately. ਜਿਹੜੇ ਫੂਡ ਪਾਈਪ ਜਦੋਂ ਖਾਣਾ ਅੰਦਰ ਜਾਂਦਾ ਹੈ ਤਾਂ ਕੰਟਰੈਕਟ ਤੇ ਐਕਸਪੈਂਡ ਕਰਦੀਆਂ। ਸਲਾਈਟਲੀ ਡਾਈਜੈਸਟਿਡ ਫੂਡ ਐਂਟਰਸ ਦਾ ਫੂਡ ਪਾਈਪ, the walls of food pipe start contraction and expansion movements. ਇਹਨਾਂ ਮੂਵਮੈਂਟਸ ਦੇ ਨਾਲ ਫੂਡ ਜਿਹੜਾ ਹੈਗਾ ਈਸੋਫੇਗਸ ਤੋਂ ਅੱਗੇ ਜਾਂਦਾ ਹੈ। Thus, from esophagus, food pipe pushes the slightly digested food into the stomach. Contract करके या फिर एक्सपैंड करके ਜਿਹੜਾ ਫੂਡ ਸਾਡੇ ਕੋਲ ਆਇਆ ਹੁੰਦਾ ਈਸੋਫੇਗਸ ਦੇ ਵਿੱਚ ਉਸ ਨੂੰ ਫੂਡ ਪਾਈਪ ਜਿਹੜਾ ਹੈ ਸਟਮਕ ਦੇ ਵਿੱਚ ਭੇਜ ਦਿੰਦੀ ਹੈ। The stomach is J-shaped organ present on the left side of the abdomen. ਇਹ ਜਿਹੜਾ J shaped organ ਹੈ ਇਹ ਸਾਡੇ left side ਤੇ ਪਿਆ ਹੁੰਦਾ ਔਰ the food is further digested in the stomach. The food is churned in the stomach for about 3 hours. 3 ਘੰਟੇ ਫੂਡ ਜਿਹੜਾ ਹੈ ਸਾਡੇ ਸਟਮਕ ਦੇ ਵਿੱਚ ਪਿਆ ਰਹਿੰਦਾ ਤੇ ਉੱਥੇ ਇਹ ਹਜਮ ਹੋ ਰਿਹਾ ਹੁੰਦਾ ਹੌਲੀ ਹੌਲੀ। ਦੇਖੋ ਬੱਚੋ ਇਸੇ ਕਰਕੇ ਕਹਿੰਦੇ ਆ ਕਿ ਜਦੋਂ ਖਾਣਾ ਖਾਂਦੇ ਇਹ ਨਹੀਂ ਹੈ ਕਿ ਇੱਕ ਵਾਰੀ ਖਾਣਾ ਖਾ ਲਿਆ ਉਸ ਤੋਂ ਬਾਅਦ ਨਾਲ ਦੀ ਨਾਲ ਕੁਝ ਹੋਰ ਖਾ ਲਓ ਫਿਰ ਕੁਝ ਹੋਰ ਖਾ ਲਓ, ਫਿਰ ਉਹ ਸਟਮਕ ਦੇ ਵਿੱਚ ਹਜਮ ਨਹੀਂ ਹੁੰਦਾ ਫੂਡ। ਡਿਊਰਿੰਗ ਦਿਸ ਟਾਈਮ ਦਾ ਫੂਡ ਬ੍ਰੇਕਸ ਡਾਊਨ ਇਨਟੂ ਸਮਾਲਰ ਪੀਸਿਸ ਐਂਡ ਫਾਰਮਸ ਏ ਸੈਮੀ ਸੋਲਿਡ ਪੇਸਟ। ਸਟਮਕ ਦੇ ਵਿੱਚ ਹੀ ਸੈਮੀ ਸੋਲਿਡ ਪੇਸਟ ਬਣ ਜਾਂਦਾ ਹੈ। The stomach wall contains 3 tubular glands in its wall. The glands present in the wall of stomach secrete gastric juices. ਇਹ gastric juices ਜਿਹੜੇ ਹੈਗੇ stomach ਦੀ wall secrete ਕਰਦੀ ਹੈ। ਇਹ ਕਿਹੜੇ ਹੁੰਦੇ ਆ? ਹਾਈਡਰੋਕਲੋਰਿਕ ਐਸਿਡ, the enzyme pepsin and mucus। 3 ਚੀਜ਼ਾਂ secrete ਕਰਦੇ ਆ। Due to presence of hydrochloric acid, the gastric juice is acidic in nature. ठीक है जी। In the acidic medium, the enzyme pepsin begins the digestion of proteins present in food to form smaller molecules. Hydrochloric acid, enzyme pepsin ਤੇ mucus 3 ਚੀਜ਼ਾਂ ਹੁੰਦੀਆਂ। ਠੀਕ ਹੈ ਜੀ। ਇਹ ਜਿਹੜਾ ਗੈਸਟ੍ਰਿਕ ਜੂਸਿਸ ਹੈਗੇ ਆ ਉਹ ਐਸਿਡਿਕ ਨੇਚਰ ਦੇ ਹੋ ਜਾਂਦੇ ਆ ਔਰ ਐਂਜ਼ਾਈਮ ਪੈਪਸਿਨ ਜਿਹੜਾ ਹੈ ਉਹ ਕੀ ਕਰਦਾ ਹੈ? ਡਾਈਜੈਸ਼ਨ ਆਫ ਪ੍ਰੋਟੀਨ। ਪੈਪਸਿਨ ਜਿਹੜਾ ਹੈ ਪ੍ਰੋਟੀਨ ਦੀ ਡਾਈਜੈਸ਼ਨ ਜਿਹੜੇ ਹੈ ਉਹ ਸਟਾਰਟ ਕਰ ਦਿੰਦਾ ਹੈ ਉਸਨੂੰ ਸਮਾਲਰ ਮੋਲੀਕਿਊਲਸ ਚੇਂਜ ਕਰਕੇ। ਦਸ ਦਾ ਪ੍ਰੋਟੀਨ ਡਾਈਜੈਸ਼ਨ ਬਿਗਨਸ ਇਨ ਸਟਮਕ। ਠੀਕ ਹੈ, ਜਿਹੜੀ ਪ੍ਰੋਟੀਨ ਦੀ ਡਾਈਜੈਸ਼ਨ ਹੈ ਉਹ ਸਟਮਕ ਦੇ ਵਿੱਚ ਸ਼ੁਰੂ ਹੁੰਦੀ ਹੈ। The protein digestion begins in the stomach. The protein digesting enzyme pepsin is active only in the presence of an acid. ਸਿਰਫ ਜਿਹੜੀ ਪ੍ਰੋਟੀਨ ਹੈ ਉਹ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਐਕਟਿਵ ਹੁੰਦੇ ਆ। ਜਿਹੜੇ ਪੈਪਸਿਨ ਐਂਜ਼ਾਈਮ ਹੈ ਉਹ ਐਸਿਡ ਦੇ ਪ੍ਰੈਜ਼ੈਂਸ ਦੇ ਵਿੱਚ ਹੀ ਐਕਟਿਵ ਹੁੰਦੇ ਆ। ਅਗਰ ਐਸਿਡ ਨਹੀਂ ਹੋਏਗਾ ਤਾਂ ਉਹ ਪ੍ਰੋਟੀਨ ਨੂੰ ਹਜਮ ਨਹੀਂ ਕਰਨਗੇ। ਸੋ ਦ ਫੰਕਸ਼ਨ ਆਫ ਹਾਈਡਰੋਕਲੋਰਿਕ ਐਸਿਡ in the stomach is to make the medium of gastric juices acidic so that the enzyme pepsin can digest the proteins properly. ठीक है जी। इस करके ਜਿਹੜਾ HCl ਹੈ ਉਹ ਬਹੁਤ ਇੰਪੋਰਟੈਂਟ ਹੈ ਸਾਡੇ ਸਟਮਕ ਦੇ ਵਿੱਚ ਵੀ। ਅਗਰ ਉੱਥੇ ਉਹ ਐਸਿਡਿਕ ਮੀਡੀਅਮ ਨਹੀਂ ਦੇਗਾ ਤਾਂ ਪ੍ਰੋਟੀਨ ਜਿਹੜੇ ਹੈਗੇ ਉਹ ਹਜਮ ਨਹੀਂ ਹੋਣਗੇ। Another function of hydrochloric acid is that it kills any bacteria which may enter the stomach with food. ਉਹ ਸੈਕਿੰਡ ਫੰਕਸ਼ਨ ਹੈ ਹਾਈਡਰੋਕਲੋਰਿਕ ਐਸਿਡ ਦਾ ਕਿ ਇਟ ਕਿਲਸ ਐਨੀ ਬੈਕਟੀਰੀਆ ਵਿਚ ਮੇ ਐਂਟਰ ਦ ਸਟਮਕ ਵਿਦ ਫੂਡ। ਠੀਕ ਹੈ ਜੀ, ਇਹ ਇਸ ਦਾ ਹੈ। ਦ ਮਿਊਕਸ ਹੈਲਪਸ ਟੂ ਪ੍ਰੋਟੈਕਟ ਦ ਸਟਮਕ ਵਾਲ from its own secretions of hydrochloric acid. ਜਿਹੜਾ ਮਿਊਕਸ ਹੈ ਉਹ HCl ਇਹਦੇ ਵਾਲ ਨੂੰ ਖਰਾਬ ਨਾ ਕਰੇ ਉਸ ਚੀਜ਼ ਤੋਂ ਬਚਾਉਂਦਾ ਹੈ। The mucus, if mucus is not secreted, the HCl hydrochloric acid will cause the erosion of inner lining of stomach leading to the formation of ulcers of the stomach. ਮਤਲਬ ਜਿਹੜਾ ਇਹ ਸਟਮਕ ਹੈ ਇਸ ਦੇ ਵਾਲ ਨੂੰ ਬਚਾਉਣ ਵਾਸਤੇ ਮਿਊਕਸ ਹੁੰਦਾ ਹੈ
ਔਰ ਜਿਹੜਾ HCl ਹੈ ਉਹ ਐਸਿਡਿਕ ਮੀਡੀਅਮ ਬਣਾਉਂਦਾ ਹੈ। ਤੇ ਜਿਹੜੇ ਤੀਸਰਾ ਐਂਜ਼ਾਈਮ ਹੈ ਪੈਪਸਿਨ, ਪੈਪਸਿਨ ਜਿਹੜਾ ਹੈ ਪ੍ਰੋਟੀਨ ਨੂੰ ਹਜਮ ਕਰਨ ਦੇ ਵਿੱਚ ਇੱਥੇ ਹੈਲਪ ਕਰਦਾ। ਫਿਰ ਉਸ ਤੋਂ ਬਾਅਦ ਆ ਜਾਓ ਜੀ, the partial digested food then goes from stomach to the small intestine। ਹੁਣ ਜਿਹੜਾ ਬਾਕੀ ਦਾ ਬਚ ਗਿਆ ਅੱਧਾ ਚੱਦ ਜਿਹੜਾ ਹੈ ਹਜਮ ਹੋਇਆ ਹੋਇਆ ਫੂਡ ਹੈ ਉਹ ਸਮਾਲ ਇੰਟੈਸਟਾਈਨ 'ਚ ਚਲਾ ਜਾਂਦਾ। ਸਮਾਲ ਇੰਟੈਸਟਾਈਨ ਹੈ ਜੀ, ਦੇਖੋ ਇੱਧਰ ਇਹ ਹੈ ਜਿਹੜੀ ਬਰੀਕ ਵਾਲੀ ਪਤਲੀ ਹੈ, ਇਹ ਸਮਾਲ ਇੰਟੈਸਟਾਈਨ ਹੈ, ਇਹ ਲਾਰਜ ਇੰਟੈਸਟਾਈਨ ਹੈ। ਓਕੇ ਜੀ, ਇਹ ਹੈ ਸਟਮਕ। ਸਟਮਕ ਤੋਂ ਫੂਡ ਜਿਹੜਾ ਹੈਗਾ ਉਹ ਕਿੱਥੇ ਜਾਂਦਾ ਜੀ, ਸਮਾਲ ਇੰਟੈਸਟਾਈਨ 'ਚ। ਸਮਾਲ ਇੰਟੈਸਟਾਈਨ ਤੋਂ ਜਾਂਦਾ ਫਿਰ ਲਾਰਜ ਇੰਟੈਸਟਾਈਨ ਦੇ ਵਿੱਚ। ਆਪਾਂ ਨਾਲ ਨਾਲ ਪੜਾਂਗੇ। ਫਰੋਮ ਦਾ ਸਟਮਕ ਦਾ ਪਾਰਸ਼ਲੀ ਡਾਈਜੈਸਟਿਡ ਫੂਡ ਐਂਟਰਸ ਦਾ ਸਮਾਲ ਇੰਟੈਸਟਾਈਨ। The small intestine is the largest part of the alimentary canal। ਨਾਮ small ਹੈ ਲੇਕਿਨ ਇਹ 6.5 ਮੀਟਰ ਲੰਬੀ ਹੁੰਦੀ ਹੈ ਤਕਰੀਬਨ, ਤੇ largest part of the alimentary canal ਹੁੰਦੀ ਹੈ। Though the small intestine is very long, it is called the small intestine because it is very narrow। ਪਤਲੀ ਹੁੰਦੀ ਹੈ ਇਸ ਕਰਕੇ ਇਸ ਨੂੰ small intestine ਕਹਿੰਦੇ ਆ। ਠੀਕ ਹੈ, ਕੋਇਲ ਦੀ ਤਰ੍ਹਾਂ ਸਾਡੇ ਪੇਟ ਦੇ ਵਿੱਚ ਪਈ ਹੁੰਦੀ ਹੈ। ਔਰ ਇਸ ਦੇ ਵਿੱਚ ਕੀ ਹੁੰਦਾ ਜੀ, cellulose is a carbohydrate food which is digested with difficulty। So the herbivorous animals like cow eat grass need a longer small intestine to allow the cellulose present in grass to be digested completely। On the other hand, meat is a food which is easier to digest, so the carnivorous animals like tigers eat meat have a shorter small intestine। ਜਿਹੜੇ small intestine ਹੈ ਉਹ ਜਿੰਨੇ ਹਰਬੀਵੋਰਸ ਹੈਗੇ ਆ ਉਹਨਾਂ ਵਿੱਚ ਜ਼ਿਆਦਾ ਵੱਡੀ ਹੁੰਦੀ ਹੈ ਸਮਾਲ ਇੰਟੈਸਟਾਈਨ, ਲੰਬੀ ਜ਼ਿਆਦਾ ਹੁੰਦੀ ਹੈ। ਤੇ ਜਿਹੜੇ ਹੁੰਦੇ ਕਾਰਨੀਵੋਰਸ ਉਹਨਾਂ ਦੇ ਵਿੱਚ ਇਹ ਸਮਾਲ ਇੰਟੈਸਟਾਈਨ ਦੀ ਲੈਂਥ ਘੱਟ ਹੁੰਦੀ ਹੈ। ਦ ਸਮਾਲ ਇੰਟੈਸਟਾਈਨ ਇਨ ਹਿਊਮਨ ਬੀਇੰਗਸ ਇਜ਼ ਦ ਸਾਈਟ of complete digestion of food like carbohydrates, proteins and fats। ਸਮਾਲ ਇੰਟੈਸਟਾਈਨ ਦੇ ਵਿੱਚ ਇਹ ਤਿੰਨੋਂ ਕਾਰਬੋਹਾਈਡਰੇਟ, ਪ੍ਰੋਟੀਨ ਤੇ ਫੈਟਸ ਜਿਹੜੇ ਹੈਗੇ ਇਹਨਾਂ ਦਾ ਡਾਈਜੈਸ਼ਨ ਹੁੰਦਾ। ਔਰ ਇਹਦੇ ਵਿੱਚ ਦੋ ਗਲੈਂਡਸ, ਲੀਵਰ ਔਰ ਪੈਨਕ੍ਰੀਆਸ। ਇਹ ਹੈਗਾ ਦੇਖੋ ਲੀਵਰ ਔਰ ਇਹ ਹੈ ਪੈਨਕ੍ਰੀਆਸ, ਇਹ ਇੱਥੇ ਪਏ ਹੁੰਦੇ। ਇਹ ਹੈ ਲੀਵਰ, ਠੀਕ ਹੈ ਜੀ, ਇਹ ਹੈ ਪੈਨਕ੍ਰੀਆਸ। ਇਹਨਾਂ ਦੇ ਜੂਸਿਸ ਜਿਹੜੇ ਹੈਗੇ ਉਹ ਸਮਾਲ ਇੰਟੈਸਟਾਈਨ ਦੇ ਵਿੱਚ ਆਉਂਦੇ ਆ। The small intestine receives the secretions of two glands, liver and pancreas। Liver secretes bile। Bile is a greenish yellow liquid made in the liver which is normally stored in the gallbladder। ਇਹ gallbladder ਦੇ ਵਿੱਚ ਇਕੱਠਾ ਹੁੰਦਾ। ਜਿਹੜਾ ਲੀਵਰ ਸਕ੍ਰੀਸ਼ਨ ਕਰਦਾ ਉਹ ਗੋਲ ਬਲੈਡਰ ਦੇ ਵਿੱਚ ਇਕੱਠਾ ਹੁੰਦਾ। ਗੋਲ ਬਲੈਡਰ ਕਿਹੜਾ ਜੀ, ਦੇਖੋ ਇਹ ਲੀਵਰ ਹੈ, ਲੀਵਰ ਦੇ ਵਿੱਚ ਇਹ ਗੋਲ ਬਲੈਡਰ ਹੈ ਜਿਹੜਾ ਇਹ ਜੂਸ ਜਿਹੜਾ ਸਕ੍ਰੀਸ਼ਨ ਹੁੰਦਾ ਉਹ ਗੋਲ ਬਲੈਡਰ ਦੇ ਵਿੱਚ ਇਕੱਠਾ ਹੋ ਜਾਂਦਾ। ਓਕੇ ਜੀ, ਔਰ bile is an alkaline and contains salts which helps to emulsify or break the fats। ਫੈਟਸ ਦੀ ਜਿਹੜੀ ਡਾਈਜੈਸ਼ਨ ਹੈ ਕਿੱਥੇ ਸ਼ੁਰੂ ਹੁੰਦੀ ਹੈ, ਗੋਲ ਬਲੈਡਰ ਦੇ ਵਿੱਚ। ਔਰ ਦਸ ਦਾ ਬਾਈਲ ਪਰਫੋਰਮਸ ਟੂ ਫੰਕਸ਼ਨਸ। ਬਾਈਲ ਜਿਹੜਾ ਹੈ, ਬਾਈਲ ਜੂਸਿਸ ਜਿਹੜੇ ਹੈਗੇ ਆ ਉਹ ਫੈਟਸ ਨੂੰ ਹਜਮ ਕਰਨ ਦੇ ਵਿੱਚ ਹੈਲਪ ਕਰਦੇ ਆ। ਇਹਨਾਂ ਦੇ ਕੀ ਫੰਕਸ਼ਨਸ ਹੈ, ਦੋ ਫੰਕਸ਼ਨਸ ਹੈਗੇ ਆ। ਨੰਬਰ 1, ਇਟ ਮੇਕਸ the acidic food coming from the stomach alkaline। ਇਹ alkaline ਬਣਾਉਂਦੇ ਆ so that pancreatic enzyme act on it। Bile salt break the fats present in the food। ਇੱਥੇ fats ਦੀ ਜਿਹੜੀ ਹੈ digestion start ਹੁੰਦੀ ਹੈ। Next ਹੈ ਜੀ, pancreas is a large gland which lies parallel to and beneath the stomach। ठीक है, pancreas secretes pancreatic juices which contains digestive enzymes like pancreatic amylase, trypsin and lipase। ਪੈਨਕ੍ਰੀਆਸ ਦੇ ਵਿੱਚੋਂ ਆ ਤਿੰਨ ਜਿਹੜੇ ਹੈਗੇ ਜੂਸਿਸ ਨਿਕਲਦੇ ਆ, ਐਮਾਈਲੇਜ਼, ਟ੍ਰਿਪਸਿਨ ਤੇ ਲਾਈਪੇਜ਼। ਐਮਾਈਲੇਜ਼ ਬ੍ਰੇਕਸ ਡਾਊਨ ਦਾ ਸਟਾਰਚ। the enzyme trypsin digests the protein and the enzyme lipase breaks down the emulsified fats। ਇਹ ਤਿੰਨ ਚੀਜ਼ਾਂ ਦਾ ਨੂੰ ਹਜਮ ਕਰਨ 'ਚ ਹੈਲਪ ਕਰਦੇ ਆ। ਜਿਹੜਾ ਐਮਾਈਲੇਜ਼ ਹੈਗਾ ਉਹ ਸਟਾਰਚ,
ਟ੍ਰਿਪਸਿਨ ਜਿਹੜਾ ਹੈਗਾ ਉਹ ਪ੍ਰੋਟੀਨ ਤੇ ਲਾਈਪੇਜ਼ ਜਿਹੜਾ ਹੈਗਾ ਉਹ ਫੈਟਸ, ਇਹਨਾਂ ਨੂੰ ਬ੍ਰੇਕ ਡਾਊਨ ਕਰਦੇ। ਓਕੇ ਜੀ। ਦ ਵਾਲਸ ਆਫ ਸਮਾਲ ਇੰਟੈਸਟਾਈਨ ਕੰਟੇਨ ਗਲੈਂਡਸ ਵਿਚ ਸਕਰੀਟ ਇੰਟੈਸਟਾਈਨਲ ਜੂਸਿਸ। ਸਮਾਲ ਇੰਟੈਸਟਾਈਨ ਦੇ ਜਿਹੜੇ ਵਾਲਸ ਹੈਗੇ ਆ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਗਲੈਂਡਸ ਹੁੰਦੇ ਆ ਜਿਹੜੇ ਇੰਟੈਸਟਾਈਨਲ ਜੂਸਿਸ ਨੂੰ ਸਕਰੀਟ ਕਰਦੇ। ਔਰ the intestinal juice contains a number of enzymes which complete the digestion of complex carbohydrates. Intestinal juices ਜਿਹੜੇ ਹੈਗੇ small intestine ਦੇ ਵਿੱਚ ਉਹ ਕਿਸ ਚੀਜ਼ ਦਾ ਡਾਈਜੈਸ਼ਨ ਕਰਦੇ? ਕਾਰਬੋਹਾਈਡਰੇਟਸ ਦਾ। ਕਿਸ ਵਿੱਚ ਚੇਂਜ ਕਰਦੇ? ਉਹਨਾਂ ਨੂੰ ਗਲੂਕੋਜ਼ ਦੇ ਵਿੱਚ, ਪ੍ਰੋਟੀਨਸ ਨੂੰ ਐਮੀਨੋ ਐਸਿਡ ਦੇ, ਫੈਟ ਦੇ ਵਿੱਚ, ਐਮੀਨੋ ਐਸਿਡਸ ਦੇ ਵਿੱਚ, ਫੈਟਸ ਨੂੰ ਫੈਟੀ ਐਸਿਡ ਐਂਡ ਗਲਿਸਰੋਲ ਦੇ ਵਿੱਚ। Glucose, amino acid, fatty acids and glycerol are small water soluble molecules. ਹੁਣ ਇੱਥੇ ਜਿਹੜਾ ਖਾਣਾ ਹੈਗਾ ਉਹ ਇਹਨਾਂ ਚੀਜ਼ਾਂ ਦੇ ਵਿੱਚ ਚੇਂਜ ਹੋ ਗਿਆ। ਜਿਹੜਾ ਫੂਡ ਅਸੀਂ ਖਾਇਆ ਸੀ ਉਹ ਕਿਸ ਚੇਂਜ ਹੋ ਗਿਆ? ਸਮਾਲ ਇੰਟੈਸਟਾਈਨ 'ਚ ਜਾ ਕੇ ਗਲੂਕੋਜ਼, ਐਮੀਨੋ ਐਸਿਡ, ਫੈਟੀ ਐਸਿਡ ਐਂਡ ਗਲਿਸਰੋਲ। ਠੀਕ ਹੈ ਜੀ। ਇਹ ਸਾਰੇ ਛੋਟੇ ਛੋਟੇ ਤੇ ਵਾਟਰ ਸੋਲਿਊਬਲ ਮੋਲੀਕਿਊਲਸ ਹੁੰਦੇ ਹੈ। In this way the process of digestion converts the large and insoluble food molecules into small water soluble molecules. ਜਿਹੜੇ ਅਸੀਂ ਰੋਟੀ ਦੀ ਬੁਰਕੀ ਪਾਈ ਸੀ ਮੂੰਹ ਦੇ ਵਿੱਚ ਉਹ ਛੋਟੀ ਹੋ ਕੇ ਵਾਟਰ ਸੋਲਿਊਬਲ ਬਣ ਗਈ ਜਿਹੜੀ ਪਾਣੀ 'ਚ ਘੁਲ ਸਕਦੀ ਹੈ। ਠੀਕ ਹੈ। ਕਿੱਥੇ ਜਾ ਕੇ? ਸਮਾਲ ਇੰਟੈਸਟਾਈਨ ਦੇ ਵਿੱਚ ਜਾ ਕੇ। The chemical digestion of food is brought about by biological catalyst called enzyme. ਜਿਹੜੇ ਐਂਜ਼ਾਈਮ ਹੈ ਉਹਨਾਂ ਦੇ ਨਾਲ ਜਿਹੜਾ ਫੂਡ ਹੈ ਉਹ ਹਜਮ ਹੋਣਾ ਸ਼ੁਰੂ ਹੋ ਜਾਂਦਾ, ਹੈਲਪਫੁਲ ਹੁੰਦਾ, ਫੂਡ ਨੂੰ ਡਾਈਜੈਸਟ ਕਰਨ ਦੇ ਵਿੱਚ ਹੈਲਪ ਕਰਦੇ। ਅੱਗੇ ਆ ਗਿਆ ਜੀ ਐਬਜ਼ੌਰਪਸ਼ਨ। ਆਫਟਰ ਡਾਈਜੈਸ਼ਨ, ਹੁਣ ਡਾਈਜੈਸ਼ਨ ਤਾਂ ਹੋ ਗਈ ਹੈ। ਠੀਕ ਹੈ ਜੀ। ਹੁਣ ਡਾਈਜੈਸ਼ਨ ਤੋਂ ਬਾਅਦ ਕੀ ਚੀਜ਼ ਹੋਏਗੀ? ਐਬਜ਼ੌਰਪਸ਼ਨ ਸਟਾਰਟ ਹੋਏਗੀ। the molecule of food becomes so small that they can pass through the walls of small intestine. ਉਹ small intestine ਦੀ walls ਦੇ ਵਿੱਚੋਂ ਪਾਸ ਹੋ ਸਕਦਾ ਹੈ। ਇੰਨਾ ਮਤਲਬ ਇੰਨੇ ਛੋਟੇ ਛੋਟੇ ਉਹਨਾਂ ਦੇ ਵਿੱਚ ਮੋਲੀਕਿਊਲਸ ਦੇ ਵਿੱਚ ਚੇਂਜ ਹੋ ਜਾਂਦਾ ਔਰ ਬਲੱਡ ਦੇ ਵਿੱਚ ਜਾ ਕੇ ਮਿਲ ਜਾਂਦਾ। ਦਿਸ ਇਜ਼ ਕਾਲਡ ਐਬਜ਼ੌਰਪਸ਼ਨ। ਠੀਕ ਹੈ ਜੀ। ਜਿਹੜਾ ਖਾਣਾ ਅਸੀਂ ਖਾਇਆ ਉਹ ਇੰਨਾ ਬਰੀਕ ਹੋ ਗਿਆ ਕਿ ਬਲੱਡ ਦੇ ਵਿੱਚ ਜਾ ਕੇ ਮਿਲ ਗਿਆ। ਅਤੇ ਦ ਸਮਾਲ ਇੰਟੈਸਟਾਈਨ ਇਜ਼ ਦਾ ਮੇਨ ਰੀਜਨ ਫॉर ਦ ਐਬਜ਼ੌਰਪਸ਼ਨ ਆਫ ਡਾਈਜੈਸਟਿਡ ਫੂਡ। ਇਹ ਫੂਡ ਦੇ ਡਾਈਜੈਸ਼ਨ ਦੇ ਵਿੱਚ ਮੇਨ ਜਿਹੜਾ ਹੈ ਰੋਲ ਉਹ ਸਮਾਲ ਇੰਟੈਸਟਾਈਨ ਦਾ। ਇਨਫੈਕਟ ਦ ਸਮਾਲ ਇੰਟੈਸਟਾਈਨ ਇਜ਼ ਸਪੈਸ਼ਲੀ ਅਡੈਪਟਡ ਫॉर ਐਬਜ਼ੌਰਬਿੰਗ ਦਾ ਡਾਈਜੈਸਟਿਡ ਫੂਡ। ਜਿਹੜਾ ਡਾਈਜੈਸਟਿਡ ਫੂਡ ਹੈ ਉਸਨੂੰ ਇਹ ਐਬਜ਼ੌਰਬ ਵੀ ਕਰਦੀ ਹੈ। ਦ ਇਨਰ ਸਰਫੇਸ ਆਫ ਸਮਾਲ ਇੰਟੈਸਟਾਈਨ ਹੈਜ਼ ਮਿਲੀਅਨਸ ਆਫ ਟਾਈਨੀ ਫਿੰਗਰ ਲਾਈਕ ਪ੍ਰੋਜੈਕਸ਼ਨਸ ਕਾਲਡ ਵਿਲਾਈ। ਜਿਹੜੀ ਸਮਾਲ ਇੰਟੈਸਟਾਈਨ ਹੈ ਇਹਦੇ ਅੰਦਰ ਇਸ ਤਰ੍ਹਾਂ ਦੀਆਂ ਪ੍ਰੋਜੈਕਸ਼ਨਸ ਹੁੰਦੀਆਂ ਜਿਸ ਦੇ ਨਾਲ ਜਿਹੜੀ ਸਮਾਲ ਇੰਟੈਸਟਾਈਨ ਹੈ ਇਸ 'ਚ ਐਬਜ਼ੌਰਪਸ਼ਨ ਜ਼ਿਆਦਾ ਤੋਂ ਜ਼ਿਆਦਾ ਹੁੰਦੀ ਹੈ ਔਰ ਤੇਜ਼ੀ ਨਾਲ ਹੁੰਦੀ ਹੈ। Digested food which is absorbed through the walls of small intestine goes into our blood. ਇਹ ਸਾਡੇ ਬਲੱਡ ਦੇ ਵਿੱਚ ਜਾ ਕੇ ਚੇਂਜ ਹੋ ਜਾਂਦੀ ਰਲ ਜਾਂਦੀ ਹੈ ਇੱਥੋਂ ਨਿਕਲ ਕੇ। ਨੈਕਸਟ ਹੈ ਜੀ assimilation. The blood carries digested and dissolved food to all parts of body where it becomes assimilated as part of the cells. The assimilated food is used by the body cells for obtaining energy as well as growth and repair of body. ਹੁਣ ਇਹ ਜਦੋਂ ਸਾਡਾ ਫੂਡ ਬਲੱਡ ਦੇ ਵਿੱਚ ਮਿਲ ਗਿਆ ਤਾਂ ਇਹ ਸਾਨੂੰ ਐਨਰਜੀ ਵੀ ਦੇਗਾ, ਵਧਣ ਫੁੱਲਣ ਦੀ ਸ਼ਕਤੀ ਵੀ ਦੇਗਾ ਔਰ ਗਰੋਥ ਲਈ ਵੀ ਹੈਲਪਫੁਲ ਹੋਏਗਾ। ਠੀਕ ਹੈ। ਡਾਈਜੈਸਟਿਡ ਫੂਡ ਫਿਰ ਹੈ ਦ ਡਾਈਜੈਸਟਿਡ ਫੂਡ ਵਿਚ ਇਜ਼ ਨਾਟ ਯੂਜ਼ਡ ਬਾਈ ਆਵਰ ਬੋਡੀ ਇਮੀਡੀਏਟਲੀ ਸਟੋਰਡ ਇਨ ਦ ਲੀਵਰ ਇਨ ਦ ਫਾਰਮ ਆਫ ਕਾਰਬੋਹਾਈਡਰੇਟ ਇਜ਼ ਕਾਲਡ ਗਲਾਈਕੋਜਨ। ਜਿਹੜਾ ਲੀਵਰ ਦੇ ਵਿੱਚ ਸਾਡਾ ਉਹ ਫੂਡ ਸਟੋਰ ਹੋ ਜਾਂਦਾ ਜਿਹੜਾ ਸਾਡੇ ਕਾਰਬੋਹਾਈਡਰੇਟ ਜਿਹੜਾ ਹਜਮ ਨਹੀਂ ਹੁੰਦਾ। ਦ ਸਟੋਰਡ ਗਲਾਈਕੋਜਨ ਕੈਨ ਬੀ ਯੂਜ਼ਡ ਐਜ਼ ਅ ਸੋਰਸ ਆਫ ਐਨਰਜੀ ਬਾਏ ਦ ਬੋਡੀ ਐਜ਼ ਐਂਡ ਵੈਨ ਰਿਕੁਆਇਰਡ। ਫਿਰ ਜਦੋਂ ਕਿਤੇ ਸਾਨੂੰ ਲੋੜ ਹੋਵੇ, ਅਸੀਂ ਵਰਤ ਰੱਖਿਆ ਹੋਇਆ ਹੋਰ ਹੈ ਤਾਂ ਉਹ ਗਲਾਈਕੋਜਨ ਸਾਨੂੰ ਹੈਲਪ ਕਰਦਾ ਸਾਡੀ ਬੋਡੀ ਨੂੰ ਐਨਰਜੀ ਦੇਣ ਦੇ ਲਈ। ਅਗਲਾ ਆ ਗਿਆ ਜੀ ਪਾਰਟ ਇਜੈਸ਼ਨ। ਹੁਣ ਸਮਾਲ ਇੰਟੈਸਟਾਈਨ ਤੱਕ ਤਾਂ ਜਿਹੜਾ ਹੈਗਾ ਸੀ ਡਾਈਜੈਸ਼ਨ ਚੱਲ ਰਿਹਾ ਸੀਗਾ। ਹੁਣ ਅਨਡਾਈਜੈਸਟਿਡ ਫੂਡ ਪਾਸਿਸ ਫਰੋਮ ਦ ਸਮਾਲ ਇੰਟੈਸਟਾਈਨ ਟੂ ਦ ਵਾਈਡਰ ਪਾਰਟ ਕਾਲਡ ਲਾਰਜ ਇੰਟੈਸਟਾਈਨ। ਸਮਾਲ ਇੰਟੈਸਟਾਈਨ ਤੋਂ ਜਿਹੜਾ
ਅਨਡਾਈਜੈਸਟਡ ਫੂਡ ਰਹਿ ਗਿਆ ਇਸ 'ਚ, ਉਹ ਕਿੱਥੇ ਪਾਸ ਔਨ ਕਰ ਦਿੱਤਾ ਜਾਂਦਾ? ਲਾਰਜ ਇੰਟਸਟਾਈਨ 'ਚ, ਜਿਹੜੀ ਥੋੜੀ ਮੋਟੀ ਹੁੰਦੀ ਹੈ ਉਸਨੂੰ ਕਹਿੰਦੇ ਆ ਲਾਰਜ ਇੰਟਸਟਾਈਨ, ਉਸ ਦੇ ਵਿੱਚ ਇਹ ਪਾਸ ਹੋਣਾ ਸ਼ੁਰੂ ਹੋ ਜਾਂਦਾ। ਔਰ ਉਸ ਤੋਂ ਬਾਅਦ it is called large intestine because it is quite wide tube, ਚੌੜੀ ਹੁੰਦੀ ਹੈ। The walls of large intestine absorb most of the water from the undigested food with the help of villi। ਜਿਹੜਾ ਇਹਦੀਆਂ ਦੀਵਾਰਾਂ ਹੈਗੀਆਂ ਲਾਰਜ ਇੰਟਸਟਾਈਨ ਦੀਆਂ, ਉਹ ਬਹੁਤ ਸਾਰੀਆਂ ਜਿਹੜਾ ਪਾਣੀ ਹੈਗਾ ਅਨਡਾਈਜੈਸਟਡ ਫੂਡ ਦੇ ਵਿੱਚ ਉਹ ਐਬਜ਼ੌਰਬ ਕਰ ਲੈਂਦੀਆਂ। ਡਿਊ ਟੂ ਦ undigested part of the food becomes due to the absorption, ਜਿਹੜਾ undigested part ਹੈਗਾ ਫੂਡ ਦਾ ਉਹ ਤਕਰੀਬਨ ਸੋਲਿਡ ਬਣ ਜਾਂਦਾ ਹੈ। the last part of the large intestine called rectum, ਇਹ ਜਿਹੜਾ ਹੈਗਾ ਇਹ ਹੈ ਰੈਕਟਮ। ਲਾਰਜ ਇੰਟਸਟਾਈਨ ਦਾ ਲਾਸਟ ਪਾਰਟ ਜਿਹੜਾ ਸੋਲਿਡ ਫੂਡ ਹੁੰਦਾ ਉਹ ਰੈਕਟਮ ਰਾਹੀਂ ਸਾਡੀ ਬੋਡੀ 'ਚੋਂ ਬਾਹਰ ਨਿਕਲ ਜਾਂਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਇਜੈਸ਼ਨ ਕਰ ਦਿੱਤੀ। ਜਿਵੇਂ ਤੁਸੀਂ ਡੈਫੀਕੇਟ ਕਰਦੇ ਹੋ ਜਾਂ ਫਿਰ ਤੁਸੀਂ ਸਟੂਲ ਪਾਸ ਕਰਦੇ ਹੋ, ਲੈਟਰਿਨ ਜਾਂਦੇ ਹੋ, ਤਾਂ ਉਹ ਸਾਡੀ ਬੋਡੀ 'ਚੋਂ ਵੇਸਟ ਮਟੀਰੀਅਲ ਜਿਹੜਾ ਉਹ ਬਾਹਰ ਨਿਕਲ ਜਾਂਦਾ। ਸੋ ਬੱਚੋ ਇਹ ਸਾਰਾ ਸੀਗਾ ਸਾਡੀ ਡਾਈਜੈਸਟਿਵ ਸਿਸਟਮ ਦਾ ਦੱਸਿਆ ਸੀ ਮੈਂ, ਔਰ ਇਹ ਮੇਰੇ ਖਿਆਲ 'ਚ ਤੁਹਾਨੂੰ ਸਮਝ ਆ ਗਿਆ ਹੋਵੇਗਾ। ਇਹ ਲੈਸਨ ਇਸ ਦੇ ਨਾਲ ਹੀ ਕੰਪਲੀਟ ਹੁੰਦਾ। ਥੈਂਕ ਯੂ।